ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਇੱਕ ਚੀਜ਼ ਵੇਖੋ, ਪੀਸੀਸੀ ਪ੍ਰੈਜ਼ੀਡੈਂਟ ਨਹੀਂ, ਪਰ ਮੇਰੇ ਖਿਆਲ 'ਚ ਕਿ ਜੋ ਅਸੀਂ ਕੰਮ ਕੀਤੇ ਨੇ, ਜੇ ਗੱਲ ਕਰੀਏ ਕਿ ਜਿਹੜੇ ਡਿਫਾਲਟਰਸ ਸੀਗੇ ਉਹਨਾਂ ਦੇ ਵਿੱਚੋਂ ਤਕਰੀਬਨ ਲੋਕਾਂ ਨੂੰ ਉਹਦੇ 'ਚ ਰਾਹਤ ਮਿਲੀ ਆ। ਜੇ ਅਸੀਂ ਇਹ ਕਹੀਏ ਕਿ ਜਿਹੜੇ ਲੈਂਡਲੈਸ ਔਰ ਐਸਸੀ ਜਿਹੜੇ ਸੀਗੇ ਜਿਨ੍ਹਾਂ ਦੇ ਕੋਆਪਰੇਟਿਵ ਦੇ 520 ਕਰੋੜ ਦੇ ਕਰਜ਼ੇ ਸੀ ਉਹ ਮਾਫ ਕੀਤੇ ਗਏ ਨੇ। ਜੇ ਇਹ ਵੀ ਗੱਲ ਕਰੀਏ ਕਿ 3 ਰੁਪਏ ਜਿਹੜਾ ਅਸੀਂ ਬਿਜਲੀ ਦਾ ਰੇਟ ਘਟਾਇਆ, ਉਹ ਬਿੱਲ ਦੇ ਵਿੱਚ ਕੱਟ ਕਰਕੇ ਹੁਣ ਆਉਣਾ ਸਟਾਰਟ ਹੋ ਗਿਆ। ਜਿਸ ਸਟੇਟ ਤੋਂ ਕੀਤਾ ਸੀ ਉਹਦੇ ਤੋਂ ਬਾਅਦ ਸਟਾਰਟ ਹੋ ਗਿਆ, ਅਦਰਵਾਈਜ਼ ਤਾਂ ਲੋਕ ਸਾਨੂੰ ਉਸ ਵੇਲੇ ਪਿੰਡਾਂ 'ਚ ਫੜ ਲੈਂਦੇ। ਨਾਲ ਹੀ ਜਿਹੜੀ 1500 ਰੁਪਏ ਪੈਨਸ਼ਨ ਲੋਕਾਂ ਦੇ ਖਾਤਿਆਂ 'ਚ ਜਾ ਰਹੀ ਆ। ਹੋਰ ਵੀ ਜਿਹੜੀ ਚੀਜ਼ਾਂ ਅਸੀਂ ਕੀਤੀਆਂ ਨੇ, ਜਿਹੜੇ ਲੋਕਾਂ ਦੇ 5 ਮਰਲੇ ਦੇ ਪਲਾਟ ਸੀ ਉਹ ਵੀ ਅਸੀਂ ਕਰ ਰਹੇ ਹਾਂ, ਉਹਨਾਂ ਦੇ ਲੋਕਾਂ ਨਾਲ ਕੀਤੇ ਜੀ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਆਪਣੀ ਹੈਲਥ ਦੀ ਜਿਹੜੇ ਹੌਸਪੀਟਲਸ ਦੇ ਉਹਦੇ ਵਿੱਚ ਮੇਰਾ ਖਿਆਲ ਕਿ ਜਿੰਨਾ ਇਸ ਵੇਲੇ ਸਾਡੇ ਕੰਮ ਹੋਇਆ ਤੇ ਕਿਤੇ ਵੀ ਨਹੀਂ ਹੋਇਆ। ਮੈਨੂੰ ਇਹ ਤਾਂ ਹੈਗਾ ਕਿ ਬਾਰਡਰ ਦੇ ਉੱਤੇ ਵੀ ਤੁਸੀਂ ਜਾ ਕੇ ਦੇਖੋਗੇ ਕਿ ਜਿਹੜੀ ਡਿਸਪੈਂਸਰੀਜ਼ ਨੇ 25-25 ਲੱਖ ਜਾਂ 5-5 ਮੇਰੇ ਜਿੱਦਾਂ ਡੇਰਾ ਬਾਬਾ ਨਾਨਕ ਹੀ ਆ 5 ਕਰੋੜ ਰੁਪਇਆ ਹੌਸਪੀਟਲ ਦੇ ਉੱਤੇ ਲੱਗਾ, ਕਲਾਨੌਰ ਵਾਲੇ ਤੇ 2.5 ਕਰੋੜ ਲੱਗਾ। ਤਾਂ ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨਹੀਂ ਹੈਗੇ ਮੁੱਦੇ ਜਿਹੜੇ ਨੇ ਇਲੈਕਸ਼ਨ ਜਿਹੜੀ ਹੈ ਡਿਵੈਲਪਮੈਂਟ ਤੇ ਔਰ ਕਾਰਗੁਜ਼ਾਰੀ ਤੇ ਲੜੀਆਂ ਜਾਂਦੀਆਂ ਨੇ। ਰੰਧਾਵਾ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਜਦੋਂ ਸਿੱਧੂ ਸਾਹਿਬ ਇਨਡਾਇਰੈਕਟ ਵੇ ਨਾਲ ਆਪਣੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚੁੱਕਦੇ ਨੇ? ਮੈਂ ਇਹ ਇੱਕ ਚੀਜ਼, ਇੱਕ ਮਿੰਟ ਮੇਰੀ ਸੁਣ ਲਓ। ਜਿਹੜਾ ਮੈਂ ਤੁਹਾਡੀ ਗੱਲ ਕਦੀ ਵੀ ਜਿਹੜੀ ਆਪਾਂ ਜੇ ਇਸ ਚੀਜ਼ ਨੂੰ ਲਵਾਂਗੇ, ਪਾਰਟੀਆਂ ਦੇ ਵਿੱਚ ਸਾਡੇ ਕੋਲ ਸਾਡੇ ਸਰਪੰਚ ਆਉਂਦੇ ਨੇ, ਉਹ ਸਾਨੂੰ ਕਹਿ ਦਿੰਦੇ ਆ ਕਿ ਆਹ ਪਿੰਡ ਮੇਰੇ 'ਚ ਗਲਤ ਕੰਮ, ਮੇਰੇ ਕੰਮ 'ਚ ਕੰਮ ਪਿੰਡ 'ਚ ਕੰਮ ਨਹੀਂ ਹੋਇਆ, ਤੇ ਅਸੀਂ ਉਹਨੂੰ ਦੁਬਾਰਾ ਕਹਿੰਦੇ ਕਿ ਦੱਸ ਕਿਹੜੇ ਕੰਮ ਨੇ। ਪੀਸੀਸੀ ਪ੍ਰੈਜ਼ੀਡੈਂਟ ਦਾ ਕੰਮ ਹੈ ਕਾਂਗਰਸ ਨੂੰ, ਇਹ ਗਵਰਨਮੈਂਟ ਨੂੰ ਟਾਈਮ ਟੂ ਟਾਈਮ ਉਹਨੂੰ ਅਲਰਟ ਕਰਦੇ ਰਹਿਣਾ ਕਿ ਆਹ ਚੀਜ਼ਾਂ ਜਿਹੜੀਆਂ ਲੋਕਾਂ ਦੀ ਆ ਰਹੀਆਂ ਨੇ ਉਹਨਾਂ ਨੂੰ ਕਰੋ। ਨਸ਼ੇ ਦੇ ਮੁੱਦੇ ਸਵਾਲ ਬਿਲਕੁਲ ਉੱਥੇ ਹੀ ਅਸੀਂ ਕਰ ਰਹੇ ਹਾਂ ਜੀ। ਬੇਅਦਬੀ ਤੇ ਵੀ ਖੜੇ ਹਾਂ ਔਰ ਨਸ਼ਿਆਂ ਤੇ ਵੀ ਖੜੇ ਹਾਂ। ਅਸੀਂ ਜਿਹੜੀਆਂ ਤੁਹਾਡੇ ਸਾਹਮਣੇ ਆ ਕਿ ਇੰਨੀ ਦੇਰ ਦੀਆਂ ਇਹ ਜਿਹੜੀਆਂ ਚੀਜ਼ਾਂ ਪਈਆਂ ਸੀਗੀਆਂ, ਇਹਦੇ ਵਿੱਚ ਕੋਰਟਾਂ ਦੇ ਵਿੱਚ ਜਿਸ ਦਿਨ ਦੀ ਸਾਡੀ 2 ਮਹੀਨੇ ਤੋਂ ਸਰਕਾਰ ਬਣੀ ਹੈ ਅਸੀਂ ਟਕਾ ਕੇ ਕੇਸ ਲੜੇ। ਅੱਜ ਵੀ ਸਾਡਾ ਕੇਸ ਲੱਗਾ ਉੱਥੇ। SIT ਔਰ STF ਬਿਲਕੁਲ SIT ਦੀ ਵੀ ਰਿਪੋਰਟ ਹੈ ਤੇ STF ਦੀ ਵੀ ਰਿਪੋਰਟ ਹੈ। SIT ਦੀ ਰਿਪੋਰਟ ਜਿਹੜੀ ਆ ਉਹ ਚਟੋਪਾਧਿਆਏ ਵਾਲੀ ਔਰ STF ਦੀ ਦੂਸਰੀ ਆ, ਉਹਦਾ ਜਨਵਰੀ 'ਚ ਡੇਟ ਪਈ ਆ। ਪਰ ਸਾਨੂੰ ਇਹਨਾਂ ਕਿਸੇ ਚੀਜ਼ ਦੇ ਉੱਪਰ ਇਨਵੈਸਟੀਗੇਸ਼ਨ ਦੀ ਕਿਤੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਇਨਵੈਸਟੀਗੇਟ ਕੇਸ ਨਹੀਂ ਕਰ ਸਕਦੇ। ਇਨਵੈਸਟੀਗੇਸ਼ਨ ਚਾਲੂ ਆ। ਸਿਰਫ ਇਸ ਪਰਿਵਾਰ ਨੂੰ ਇੱਕੋ ਹੀ ਡਰ ਆ ਕਿ ਜੇ ਆਪਣੇ 'ਚ ਕਮੀ ਨਹੀਂ, ਮੈਂ ਕਹਿੰਦਾ ਨੂੰ ਕਿ ਮੇਰੇ ਤੇ ਜੇ ਕੋਈ ਹੈਗੇ ਤੇ ਕਰ, ਮੈਂ ਬਿਲਕੁਲ ਨਹੀਂ ਕੋਰਟ 'ਚ ਜਾਵਾਂਗਾ। ਤੇ ਜੇ ਇਹਨਾਂ ਨੂੰ ਇਹ ਕੀ ਡਰ ਹਾਏ ਵਿਕਰਮ ਅੰਦਰ ਦੇਣ, ਇਹਦਾ ਮਤਲਬ ਵਿਕਰਮ ਗਿਲਟੀ ਆ। ਇਹਨਾਂ ਨੂੰ ਕਹਿਣਾ ਚਾਹੀਦਾ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਔਰ ਜੋ ਇੱਕ ਮਿੰਟ ਮੇਰੀ ਗੱਲ ਸੁਣ ਲਓ ਕਿ ਉਹਨਾਂ ਨੂੰ ਇਹ ਹੋਣਾ ਚਾਹੀਦਾ ਕਿ ਜੇ ਜੋ ਸਰਕਾਰ ਕਰ ਰਹੀ ਆ, ਜਿਹਦੀ ਮਰਜ਼ੀ ਗਵਰਨਮੈਂਟ ਹੋਏ, ਕੀ ਗੱਲ ਨਸ਼ੇ ਵਿਕਣੇ ਚਾਹੀਦੇ ਨੇ? ਕਿਉਂ ਆਪਾਂ ਕੋਰਟਾਂ 'ਚ ਦੌੜਦੇ ਆ? ਕਿਉਂ ਕਹਿੰਦੇ ਮੈਨੂੰ ਪਾਰਟੀ ਬਣਾਓ? ਪੰਜਾਬ ਦਾ ਰੰਧਾਵਾ ਸਾਹਿਬ वो SIT के मेंबर टीम उन्हीं के ਵੇਖੋ ਇਹਨਾਂ ਦੇ ਇੱਕ ਮਿੰਟ ਮੈਂ ਇਹਦੇ 'ਚ ਤੁਹਾਨੂੰ ਕਲੀਅਰ ਕਰਦਾ। ਜਿਹੜੀ ਚਟੋਪਾਧਿਆਏ ਦੀ ਰਿਪੋਰਟ ਆ ਉਹ ਇਹਦੇ ਤੇ ਨਹੀਂ, ਉਹ ਦੂਸਰੀ ਸੀਗੀ। ਦੋਨਾਂ ਤੁਸੀਂ ਇਹ ਅਲੱਗ-ਅਲੱਗ ਰਿਪੋਰਟਾਂ ਨੇ। ਤੁਸੀਂ ਹਮੇਸ਼ਾ ਹੀ ਕਲੈਰੀਫਾਈ ਨਹੀਂ ਲੋਕਾਂ ਨੂੰ ਕਰਦੇ। ਪਹਿਲੀ ਬਰਗਾੜੀ ਔਰ ਗੋਲੀकांड, ਕੁੰਵਰ ਵਿਜੇ ਪ੍ਰਤਾਪ ਨੇ ਹਮੇਸ਼ਾ ਬੇਅਦਬੀ ਦੀ ਗੱਲ ਕਰੀ ਗਿਆ ਤੇ ਉਹਦੇ ਕੋਲ ਇਨਕੁਆਰੀ ਦੂਸਰੀ ਸੀ। ਇਸ ਕਰਕੇ ਇਹਨਾਂ ਨੂੰ ਕਲੈਰੀਫਾਈ, ਲੋਕਾਂ ਨੂੰ ਕਲੀਅਰ ਕੱਟ ਇੱਕ ਗੱਲ ਦੱਸਣੀ ਚਾਹੀਦੀ ਹੈ ਕਿ ਲੋਕਾਂ ਦੇ ਵਿੱਚ ਜਿਹੜਾ ਪੰਬਲ ਭੂਸਾ ਪੈ ਜਾਂਦਾ ਕਿ ਕਿਹੜੀ ਚੀਜ਼। ਮੈਂ ਕਲੈਰੀਫਾਈ ਕਰ ਰਿਹਾ। ਇਸੇ ਕਰਕੇ ਚਟੋਪਾਧਿਆਏ ਦੀ ਰਿਪੋਰਟ ਜਿਹੜੀ ਦੂਸਰੀ ਸੀਗੀ ਡਿਪਾਰਟਮੈਂਟਲ, ਜਿਹੜੇ ਕੋਈ ਆਫੀਸਰ ਜਿਹੜੇ ਨਸ਼ਿਆਂ ਦੇ ਵਿੱਚ ਇਨਵੋਲਵ ਸੀ ਉਹਨਾਂ ਤੇ ਆ, ਔਰ ਜਿਹੜੀ STF ਦੀ ਆ ਉਹਦੇ ਉੱਤੇ ਸੀਗੀ ਉਹ ਪਿੰਦੀ ਕਿਹੜੇ ਸੱਤਾ ਜੇ ਉਹ ਜਿੰਨੇ ਜਿਹੜੇ ਭੋਲਾ ਪਹਿਲਵਾਨ ਉਹਨਾਂ ਦੇ ਉੱਤੇ ਸੀ। ਇਹ 2 ਵੱਖ-ਵੱਖ ਰਿਪੋਰਟਾਂ ਨੇ। ਬਿਲकुल हो सकती है, कार्रवाई तो कभी भी हो सकती है। ਸਾਹਿਬ ਸੁਖਬੀਰ ਬਾਦਲ ਕਹਿ ਰਹੇ ਨੇ ਯਾਰ ਤੁਸੀਂ ਮੇਰਾ ਯਾਰ ਦੈਨਿਕ ਸਵੇਰਾ ਵਾਲੇ ਤੇ ਬਹੁਤੇ ਇੰਨੇ ਨਹੀਂ ਗੱਲਾਂ ਕਰਦੇ ਨੇ। ਤੁਹਾਡੇ ਦਫ਼ਤਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ। ਵੇਖੋ ਸਾਡੀ 2 ਬਲਦਾਂ ਦੀ ਜੋੜੀ ਜਦੋਂ ਕਾਂਗਰਸ ਚੱਲੀ ਸੀ ਉਦੋਂ 2 ਬਲਦਾਂ ਦੀ ਜੋੜੀ ਹੁੰਦੀ ਸੀ ਤੇ ਵਧੀਆ ਤਰੀਕੇ ਨਾਲ ਚੱਲਣਗੇ ਤੇ ਉਹਦੇ ਦੋਨੋਂ ਬੈਲ ਬਰਾਬਰ ਤੇ ਚੱਲਣਗੇ। ਜਦੋਂ ਕਾਂਗਰਸ ਚੱਲੀ ਸੀ ਹਾਂਜੀ, ਕੈਪਟਨ ਅਮਰਿੰਦਰ ਸਿੰਘ ਸੀਗੇ, ਤੁਸੀਂ ਕਹਿ ਰਹੇ ਹੋ ਜਦੋਂ ਕਾਂਗਰਸ ਚੱਲੀ ਸੀ ਤੇ ਹੁਣ ਕਾਂਗਰਸ ਚੱਲੀ ਸੀ, ਕੈਪਟਨ ਅਮਰਿੰਦਰ ਸਿੰਘ ਉਦੋਂ ਉਹਨਾਂ ਦੇ ਮਾਤਾ ਜੀ BJP 'ਚ ਸੀਗੇ, ਜਨਸੰਘ 'ਚ। ਮੇਰੇ ਖਿਆਲ 'ਚ ਕਿ ਜਿਹੜੀ ਆ ਪੋਲੀਟੀਕਲ ਬੰਦਿਆਂ ਦੀਆਂ ਜੇ ਬੈਠ ਕੇ ਗੱਲ ਕਰਨੀ ਚਾਹੀਦੀ ਆ
ਕਿ ਜਿਨ੍ਹਾਂ ਨੇ ਕਾਂਗਰਸ ਲਈ ਜਾਂ ਕਿਸੇ ਵੀ ਅਕਾਲੀ ਦਲ ਜਾਂ ਕਿਸੇ ਵੀ ਪਾਰਟੀ ਜਾਂ ਜਨ ਸਿੰਘ ਜਾਂ ਹੋਰ ਕੋਈ ਵੀ ਜਿਹੜੀਆਂ ਥਾਵਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਪਾਰਟੀ ਲਈ, ਉਹ ਉਹਨਾਂ ਦੇ ਮਨ 'ਚ ਆਉਂਦਾ ਕਿ ਜੇ ਇਹ ਐਮਐਲਏ ਬਣਿਆ ਤੇ ਮੈਨੂੰ ਵੀ ਕੋਈ ਨਾ ਕੋਈ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ। ਔਰ ਪੋਲੀਟੀਕਲ ਆਦਮੀ ਹਮੇਸ਼ਾ ਪਬਲਿਕ ਲਈ ਸੋਚਦੇ ਨੇ ਤੇ ਜਿਹੜਾ ਉਹਨਾਂ ਦਾ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਜ਼ਰੂਰ ਅਹੁਦੇ ਮਿਲਣੇ ਚਾਹੀਦੇ। ਆਖਰੀ ਸਵਾਲ ਹੈ ਮੇਰਾ ਕਿ ਐਡਮਿਨਿਸਟ੍ਰੇਸ਼ਨ ਦੀ ਤਾਂ ਗੱਲ ਹੋ ਗਈ ਔਰ ਹੁਣ ਸਿੱਧੂ ਸਾਹਿਬ ਜੋ ਨੇ ਮੌਜੂਦਾ ਵਿਧਾਇਕਾਂ ਦੀ ਵੀ ਕਈ ਕਹਿੰਦੇ ਟਿਕਟ ਕੱਟੇਗੀ ਔਰ ਨਵੇਂ ਕੋਈ ਇਹ ਵਿਧਾਇਕ ਨਵੀਂ ਗੱਲ ਨਹੀਂ ਗੀ ਵਿਧਾਇਕਾਂ ਦੀ। ਪਹਿਲਾਂ ਪੁਰਾਣੇ ਵੀ ਤੁਸੀਂ ਜ਼ਮਾਨੇ 'ਚ ਵੇਖੋ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ, ਜਿਹੜੀ ਕਾਰਗੁਜ਼ਾਰੀ ਨੇ ਉਹਨੂੰ ਨਹੀਂ ਦਿੱਤੀ ਪਾਰਟੀ, ਕਈਆਂ ਮਿਨਿਸਟਰਾਂ ਦੀਆਂ ਕੱਟੀਆਂ ਜਾਂਦੀਆਂ ਨੇ। ਇਹਦੇ 'ਚ ਇਹੋ ਜਿਹੀ ਕੋਈ ਗੱਲ ਨਹੀਂ। ਆਗੂ ਸਿਆਸਤ ਵਿੱਚ ਆਉਣ ਦੇ ਸੰਕੇਤ ਜੇ ਮਿਲ ਰਹੇ ਆ ਕਿਹਨਾਂ ਦੇ ਕਿਹਨਾਂ ਦੇ ਰਾਜੇਵਾਲ ਸਾਹਿਬ ਦੀ ਵੀ ਹੈ ਕਿ ਨਹੀਂ, ਵੇਖੋ ਗੱਲ ਸੁਣੋ, ਹਰ ਪਾਰਟੀ ਦਾ ਹਰ ਆਦਮੀ ਦਾ ਚੁਣੌਤੀ ਹੁੰਦੀ ਹੈ। ਕਦੀ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਸਭ ਤੋਂ ਸਟਰੋਂਗ ਆ, ਅਸੀਂ ਜਿਹੜਾ ਵੀ ਕੋਈ ਆਏਗਾ ਫਾਈਟ ਕਰਾਂਗੇ। ਔਰ ਦੂਸਰੀ ਗੱਲ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਪੋਲੀਟੀਕਲ ਪਾਰਟੀਆਂ ਦੇ ਜੇ ਉਹਨਾਂ ਨੇ ਕਿਹਾ ਸੀ ਕਿ ਪੋਲੀਟੀਕਲ ਆਦਮੀ ਕਿਸੇ ਵੀ ਸਾਡੀ ਸਟੇਜ 'ਤੇ ਨਹੀਂ ਆਉਣਾ ਚਾਹੀਦਾ ਤੇ ਫਿਰ ਪੋਲੀਟੀਕਲ ਪਾਰਟੀ ਬਣਾਉਣਾ ਤਾਂ ਇੰਨੀ ਵਧੀਆ ਗੱਲ ਦਾ ਪ੍ਰੋਸੈਸ ਚੱਲ ਰਿਹਾ ਹੁਣ 20 ਤਰੀਕ ਤੱਕ ਕਿ ਇੱਕ ਫੈਮਿਲੀ ਇੱਕੋ ਟਿਕਟ ਜਾਏਗੀ ਜਾਂ ਕਿਤੇ ਇਹ ਤੇ ਜਿਹੜੇ ਅੰਦਰ ਬੈਠੇ ਆ ਉਹਨਾਂ ਬਾਰੇ ਨਹੀਂ ਮੈਨੂੰ ਪਤਾ। ਮੈਨੂੰ ਤੇ ਜੇ ਮੈਂ ਜੋ ਮੇਰਾ ਲੈਵਲ ਹੈ ਉਹਦੇ ਤੱਕ ਹੀ ਰਹੀ, ਆਪਾਂ ਉੱਪਰ ਨਾ ਜਾਈਏ। ਗੱਲਬਾਤ ਹੋ ਰਹੀ ਹੈ ਹਾਂਜੀ, ਕੁਝ ਕਹਿ ਰਹੇ ਕਿ ਅੰਦਰ ਕਾਫੀ ਬਹਿਸਬਾਜ਼ੀ ਵੀ ਹੋ ਰਹੀ ਹੈ। ਬਿਲਕੁਲ ਨਹੀਂ, ਤੁਸੀਂ ਅੰਦਰ ਚਲੇ ਜਾਓ, ਕੱਲੇ ਨੂੰ ਮੇਰੇ ਬਹਿਸਬਾਜ਼ੀ ਕਿਹਦੇ ਨਾਲ ਹੋਏਗੀ। ਰੰਧਾਵਾ ਸਾਹਿਬ ਅਕਾਲੀ ਕਹਿੰਦੇ ਸਾਨੂੰ ਸਾਡੇ ਜਿਹੜੇ ਲੀਡਰ ਨੇ ਸੁਖਬੀਰ ਬਾਦਲ, ਵਿਕਰਮ ਮਜੀਠੀਆ, ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣ ਲਈ ਸਾਡੇ ਖਿਲਾਫ ਕਹਿੰਦੇ ਝੂਠੇ ਗਵਾਹ ਤਿਆਰ ਕੀਤੇ ਜਾ ਰਹੇ ਨੇ, ਝੂਠੇ ਮੁਕੱਦਮੇ ਬਣਾਏ ਜਾ ਰਹੇ ਨੇ। ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਹੀਂ, ਸਾਡੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 77 ਦੇ ਵਿੱਚ ਗਿਆਨੀ ਜੈਲ ਸਿੰਘ ਉੱਤੇ ਝੂਠੇ ਕੇਸ ਬਣਾਏ ਔਰ ਗਿਆਨੀ ਜੈਲ ਸਿੰਘ ਨੂੰ ਝੂਠਾ ਫੜਨ ਲਈ ਦੌੜੇ ਰਹੇ ਤੇ ਇਹ ਕਰਕੇ ਉਹਨੂੰ ਕਹਿਣਾ ਚਾਹੀਦਾ ਕਿ ਆਪਣੇ ਪਿਤਾ ਜੀ ਨੂੰ ਪੁੱਛ, ਕਾਂਗਰਸ ਕਦੀ ਵੀ ਵੈਂਡੇਟਾ ਪੋਲਿਟਿਕਸ ਨਹੀਂ ਕਰਦੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਲਿਖਤੀ ਕੰਪਲੇਂਟ ਅੱਜ ਅਸੀਂ ਭਾਰਤ ਦੇ ਚੋਣ ਕਮਿਸ਼ਨ ਨੂੰ ਲਿਖ ਕੇ ਭੇਜੀ ਹੈ ਕਿ ਪੰਜਾਬ ਦੇ ਵਿੱਚ ਆਟਾ ਦਾਲ ਦੇ ਨਵੇਂ ਕਾਰਡ ਬਣਾਉਣ ਦੇ ਵਿੱਚ ਬਹੁਤ ਵੱਡਾ ਘੁਟਾਲਾ ਤੇ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਹੋ ਰਿਹਾ। ਸਟੇਟ ਦੇ ਵਿੱਚ ਸਰਕਾਰ ਦੇ ਵੱਲੋਂ ਐਮਐਲਏ ਨੂੰ ਹਾਲੋਗ੍ਰਾਮ ਇਸ਼ੂ ਕੀਤੇ ਗਏ, ਸਟicker ਇਸ਼ੂ ਕੀਤੇ ਗਏ। ਜਦੋਂ ਕੋਈ ਗਰੀਬ ਬੰਦਾ ਆਟਾ ਦਾਲ ਦਾ ਕਾਰਡ ਬਣਾਉਣ ਜਾਂਦਾ ਉਹਨੂੰ ਪਹਿਲਾਂ ਕਿਹਾ ਜਾਂਦਾ ਕਿ ਕਾਂਗਰਸ ਦੇ ਐਮਐਲਏ ਕੋਲੇ ਜਾਂ ਹਲਕਾ ਇੰਚਾਰਜ ਕੋਲੇ ਜਾ, ਉਹ ਸਟicker ਲਾਏਗਾ, ਫਿਰ ਤੇਰਾ ਰਾਸ਼ਨ ਕਾਰਡ ਬਣੇਗਾ। ਮੈਂ ਅੱਜ ਡੀਐਫਐਸਸੀ ਰੋਪੜ ਨਾਲ ਵੀ ਗੱਲ ਕੀਤੀ, ਡਿਪਟੀ ਕਮਿਸ਼ਨਰ ਰੋਪੜ ਨਾਲ ਵੀ ਗੱਲ ਕੀਤੀ, ਡਾਇਰੈਕਟਰ ਫੂਡ ਸਪਲਾਈ ਨਾਲ ਵੀ ਗੱਲ ਕੀਤੀ ਕਿ ਇਹ ਕਿੱਥੇ ਲਿਖਿਆ ਕਿ ਪਹਿਲਾਂ ਆਟਾ ਦਾਲ ਦਾ ਕਾਰਡ ਬਣਾਉਣ ਵਾਸਤੇ ਕਾਂਗਰਸ ਦੇ ਘਰ ਜਾਣਾ ਪਏਗਾ, ਕਾਂਗਰਸੀ ਲੀਡਰ ਦੇ ਘਰ ਜਾਣਾ ਪਏਗਾ। ਇਹ ਬਹੁਤ ਵੱਡੀ ਅੰਧੇਰਗਰਦੀ ਹੈ ਤੇ ਸਰਕਾਰੀ ਜਿਹੜੀ ਸ਼ਕਤੀ ਹੈ ਉਹਦਾ ਦੁਰਉਪਯੋਗ ਹੈ। ਮੈਂ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਸਾਰੇ ਇਸ ਘੁਟਾਲੇ ਦੀ ਜਾਂਚ ਕੀਤੀ ਜਾਵੇ। ਜਿਹੜੇ ਅਫਸਰ ਇਹੋ ਜਿਹਾ ਕੰਮ ਕਰ ਰਹੇ, ਜੇ ਮੈਂ ਡੀਐਫਐਸਸੀ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਕਿ ਜਿੰਨੀ ਦੇਰ ਤੱਕ ਉਹ ਹਾਲੋਗ੍ਰਾਮ ਨਾ ਲੱਗਿਆ ਹੋਵੇ ਪੋਰਟਲ ਪਿਕਅਪ ਹੀ ਨਹੀਂ ਕਰਦਾ ਐਪਲੀਕੇਸ਼ਨ। ਇਸ ਤੋਂ ਵੱਡੀ ਅੰਧੇਰਗਰਦੀ ਕੀ ਹੋ ਸਕਦੀ? ਰੋਪੜ ਖਾਸ ਕਰਕੇ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਹੋਣ ਕਰਕੇ ਇੱਥੇ ਅੰਧੇਰਗਰਦੀ ਬਾਕੀ ਨਾਲੋਂ ਵੀ ਵੱਧ ਹੈ। ਇਸ ਕਰਕੇ ਮੈਂ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਖਤ ਇੱਥੇ ਐਕਸ਼ਨ ਲੈ। ਚੋਣਾਂ ਦਾ ਮੌਸਮ ਆ ਗਿਆ ਹੈ ਤੇ ਫਸਲੀ ਬਟੇਰੇ ਇੱਕ ਵਾਰ ਫੇਰ ਪੰਜਾਬ 'ਚ ਨਜ਼ਰ ਆਉਣ ਲੱਗ ਗਏ ਨੇ। ਇਹਨਾਂ ਦੇ ਵਿੱਚੋਂ ਇੱਕ ਅਰਵਿੰਦ ਕੇਜਰੀਵਾਲ ਜੀ, ਜਿਨ੍ਹਾਂ ਨੇ 5 ਸਾਲ ਪੰਜਾਬ 'ਚ ਆਪਣੀ ਸ਼ਕਲ ਨਹੀਂ ਦਿਖਾਈ, ਕੱਲ 5 ਸਾਲਾਂ ਬਾਅਦ ਸਾਡੇ ਲੰਬੀ ਹਲਕੇ 'ਚ ਪਹੁੰਚੇ ਤੇ ਬੜੀ ਵੱਡੀ ਗੱਲਾਂ ਉੱਥੇ ਉਹਨਾਂ ਨੇ ਕੀਤੀਆਂ। ਸੁਰੱਖਿਆ ਕਵਚ, ਸਾਡਾ ਮੁਹੱਲਾ ਕਲੀਨਿਕ ਦਾ ਮਾਡਲ, ਸਾਡਾ ਐਜੂਕੇਸ਼ਨ, ਬਹੁਤ ਸਾਰੀ ਗੱਲਾਂ ਕੀਤੀਆਂ। ਹੁਣ ਇਹਨਾਂ ਦਾ ਝੂਠ ਤਾਂ ਮੇਰਾ ਖਿਆਲ ਉਹ ਤਾਂ ਲੋਕੀ 2017 'ਚ ਹੀ ਸਮਝ ਗਏ ਸੀਗੇ, ਜਿੱਥੇ 20 ਬੰਦੇ ਇਹਨਾਂ ਦੇ ਜਿਤਾ ਕੇ ਐਮਐਲਏ ਬਣਾ ਕੇ ਆਪੋਜੀਸ਼ਨ ਦਾ ਵੱਡਾ ਮਾਣ ਇਹਨਾਂ ਨੂੰ ਬਖਸ਼ਿਆ। ਲੇਕਿਨ ਪਿਛਲੇ 5 ਸਾਲਾਂ 'ਚ ਇਸ ਆਪੋਜੀਸ਼ਨ ਨੇ ਕਿਹੜਾ ਕੰਮ ਕਰਾ ਕੇ ਦਿਖਾਇਆ ਸਰਕਾਰ ਤੋਂ ਜਿਹੜਾ ਲੋਕਾਂ ਦੇ ਹੱਕ ਵਿੱਚ ਹੈ? ਤੇ ਨਤੀਜਾ ਆ ਕਿ 20 ਵਿੱਚੋਂ 11 ਤਾਂ ਕਾਂਗਰਸ ਵਿੱਚ ਭੱਜ ਗਏ ਨੇ, ਇੱਕ ਅੱਧਾ ਹੋਰ ਭੱਜਣ ਨੂੰ ਤਿਆਰ ਹੈ। ਤੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਭਾਵੇਂ ਇਹਨਾਂ ਦੇ 4 MP ਜਿਤਾਏ, 3 ਛੱਡ ਕੇ ਚਲੇ ਗਏ, ਉਹ ਵੀ ਸੁੱਕੜ ਕੇ ਇੱਕ 'ਚ ਆ ਗਿਆ। ਭਾਵੇਂ 20 ਇਹਨਾਂ ਦੇ MLA ਜਿਤਾਏ, ਉਹ ਵੀ 12 ਭੱਜ ਗਏ ਤੇ ਉਹ ਵੀ ਮਸਾ 7-8 ਜੇ ਬਚ ਗਏ ਜਿਹੜੇ ਭੱਜਣ ਨੂੰ ਤਿਆਰ ਨੇ। ਹੁਣ ਮੈਂ ਸਿਰਫ ਇਹੀ ਕਹਾਂਗੀ ਕਿ ਜਿਹੜਾ ਇਨਸਾਨ ਅੰਨਾ ਹਜ਼ਾਰੇ ਦੀ ਮੂਵਮੈਂਟ ਪੂਰੇ ਦੇਸ਼ ਵਿੱਚ ਲਾ ਕੇ ਅੰਨਾ ਹਜ਼ਾਰੇ ਦੇ ਕੰਧਿਆਂ ਤੇ ਚੜ੍ਹ ਕੇ ਲੋਕਪਾਲ ਬਿੱਲ ਦੀ ਗੱਲ ਕਰਦਾ ਸੀ ਤੇ ਉਹਦੇ ਬਾਅਦ ਕਹਿੰਦਾ ਕਿ ਲੋਕਪਾਲ ਲਾਗੂ ਕਰਨ ਵਾਸਤੇ ਭ੍ਰਿਸ਼ਟ ਕਾਂਗਰਸ ਨੂੰ ਜੇਲ੍ਹ ਵਿੱਚ ਸ਼ੀਲਾ ਦੀਕਸ਼ਤ ਨੂੰ ਧੱਕਣ ਵਾਸਤੇ ਹੀ ਮੈਨੂੰ ਇੱਕ ਸਿਆਸੀ ਪਾਰਟੀ ਚਲਾਣੀ ਪੈ ਰਹੀ ਹੈ, ਬਣਾਉਣੀ ਪੈ ਰਹੀ ਹੈ। ਤੇ ਇਹਨੇ ਆਪਣੀ ਆਮ ਆਦਮੀ ਪਾਰਟੀ ਬਣਾਈ
ਪਹਿਲੇ ਤਾਂ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ, ਉਹਦੇ ਬਾਅਦ ਲੋਕਾਂ ਨੂੰ ਅੱਜ ਤਾਈਂ 10 ਸਾਲ ਹੋਣ ਤੋਂ ਆਇਆ ਅੱਜ ਤਾਈਂ ਲੋਕਪਾਲ ਬਿੱਲ ਦਿੱਲੀ 'ਚ ਲਾਗੂ ਨਹੀਂ ਕੀਤਾ। ਫਿਰ ਜਦ ਸਰਕਾਰ ਬਣਦੇ ਇਹਨਾਂ ਦੇ ਕੁਝ ਸੀਟਾਂ ਘੱਟ ਰਹਿ ਗਈਆਂ ਤੇ ਜਦ ਜਿੱਤਿਆ ਸੀ ਕਹਿੰਦਾ ਸੀ ਆਪਦੇ ਬੱਚਿਆਂ ਦੀ ਸੌ ਖਾਂਦਾ, ਮੈਂ ਕਿਸੇ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਤਾਂ ਗਠਬੰਧਨ ਦੀ ਸਰਕਾਰ ਨਹੀਂ ਬਣਾਵਾਂ। ਆਪਾਂ ਸਾਰੇ ਜਾਣਦੇ ਕਿ ਕਾਂਗਰਸ ਦੇ ਨਾਲ ਗਠਬੰਧਨ ਦੀ ਸਰਕਾਰ ਬਣਾਈ ਤੇ ਕਾਂਗਰਸ ਦੀ ਬੀ ਟੀਮ ਹੁਣ ਪੰਜਾਬ 'ਚ ਵੀ ਦੇਖਣ ਨੂੰ ਮਿਲੀ। ਲੇਕਿਨ ਅਫਸੋਸ ਦੀ ਗੱਲ ਆ ਹੈਗੀ ਕਿ ਕੱਲ ਸਾਡੇ ਲੰਬੀ ਹਲਕੇ ਵਿੱਚ ਆਏ ਸਰ ਬਾਦਲ ਦੇ ਖਿਲਾਫ ਇਹਨਾਂ ਨੇ ਆਪਣਾ ਇੱਕ ਐਮਐਲਏ ਦਿੱਲੀ ਤੋਂ, ਇੱਕ ਸਰਦਾਰ ਸਿੱਖ ਐਮਐਲਏ ਜਰਨੈਲ ਸਿੰਘ ਜੀ ਨੂੰ ਭੇਜਿਆ ਸੀਗਾ ਇੱਥੇ ਲੜਨ ਵਾਸਤੇ। ਅੱਡ ਗੱਲ ਹੈ ਕਿ ਜ਼ਮਾਨਤ ਉਹਨਾਂ ਦੀ ਜ਼ਬਤ ਹੋ ਗਈ। ਲੇਕਿਨ ਅਫਸੋਸ ਮੈਨੂੰ ਆ ਲੱਗਿਆ ਕਿ ਜਦ ਆਪਣੇ ਮੁਹੱਲਾ ਕਲੀਨਿਕ ਦੇ ਮਾਡਲ ਤਾਂ ਆਪਾਂ ਸਾਰਿਆਂ ਨੇ ਦੇਖ ਹੀ ਲਿੱਤਾ, ਕੋਵਿਡ ਦੇ ਸਮੇਂ ਕਿਵੇਂ ਲਾਸ਼ਾਂ ਦੇ ਢੇਰ ਸੜਕਾਂ 'ਚ ਪਈਆਂ ਹੋਈਆਂ ਸੀ, ਅੱਧੀ ਦਿੱਲੀ ਤਾਂ ਭੱਜ ਪੰਜਾਬ ਆ ਰਹੀ ਸੀ ਇਲਾਜ ਕਰਾਉਣ ਵਾਸਤੇ। ਲੇਕਿਨ ਆਹ ਜਰਨੈਲ ਸਿੰਘ ਜੀ ਦਾ ਮੈਨੂੰ ਇੱਕ ਟਵੀਟ ਮਿਲਿਆ, ਜਿਹੜਾ ਤਰੀਕ ਹੈਗੀ ਇਹ 29 ਅਪ੍ਰੈਲ ਦੀ, ਜਿੱਥੇ ਇਹਨਾਂ ਦੇ ਹੀ ਆਪਣੇ ਐਮਐਲਏ ਜਰਨੈਲ ਸਿੰਘ ਮਿੰਨਤਾਂ ਕੱਢ ਰਹੇ ਨੇ, ਰੋ ਰਹੇ ਨੇ ਕਿ ਮੈਨੂੰ ਕੋਵਿਡ ਹੈਗਾ, ਮੈਨੂੰ ਇੱਕ ਬੈੱਡ ਦਿਲਵਾ ਦਿਓ, ਮੇਰਾ ਆਕਸੀਜਨ ਲੈਵਲ ਘਟੀ ਜਾ ਰਿਹਾ ਹੈ। ਇਹ ਤਰਲੇ ਮਾਰਦੇ ਇਹਨਾਂ ਦੇ ਆਪਣੇ ਇੱਕ ਐਮਐਲਏ ਲੈਵਲ ਦੇ ਬੰਦੇ ਦੀ ਇਹ ਆਪਣੀ ਜਾਨ ਗਵਾ ਬੈਠੇ। ਉਹਨਾਂ ਨੂੰ ਤਾਂ ਕੀ ਇੱਥੇ ਆ ਕੇ ਸ਼ਰਧਾਂਜਲੀ ਦੇਣੀ ਸੀ, ਯਾਦ ਕਰਨਾ ਸੀ। ਲੇਕਿਨ ਜਿਹੜੇ ਇਹ ਦਿੱਲੀ ਮਾਡਲ ਦਾ ਮੁਹੱਲਾ ਕਲੀਨਿਕ ਦਾ ਮਾਡਲ ਪੰਜਾਬ 'ਚ ਲਾਗੂ ਕਰਾਉਣਾ ਚਾਹੁੰਦੇ ਨੇ, ਉਹ ਮਾਡਲ ਦਿੱਲੀ ਵਾਲਿਆਂ ਨੇ ਵੀ ਦੇਖ ਲਿਆ ਤੇ ਟੀਵੀ ਦੇ ਰਾਹੀਂ ਆਪਾਂ ਸਾਰਿਆਂ ਨੇ ਦੇਖ ਲਿਆ। ਤੇ ਜੇ ਕੋਈ ਭੁਲੇਖਾ ਹੈਗਾ ਤੇ ਫਿਰ ਆਪਣੇ ਹੀ ਇਸ ਐਮਐਲਏ ਦੀ ਜਾਨ ਜਿਹੜਾ ਬੰਦਾ ਬਚਾ ਨਹੀਂ ਸਕਿਆ ਤੇ ਕਹਿੰਦੇ ਮੈਂ ਸੁਰੱਖਿਆ ਕਵਚ ਦੇਣਾ ਹੈ, ਮੈਂ ਸਿਵਲ ਹਸਪਤਾਲ ਇੰਨੇ ਚੰਗੇ ਕਰਤੇ, ਮੈਂ ਮੁਹੱਲਾ ਕਲੀਨਿਕ, ਆ ਸਾਰਾ ਕੁਝ ਆ ਬੰਨੇ ਹੱਥ। ਇਹੋ ਜਿਹੀ ਚੀਜ਼ਾਂ ਸਾਡੇ ਪੰਜਾਬ 'ਚ ਲੋੜ ਨਹੀਂ। ਝੂਠ ਮਾਰਨਾ ਹੈ, ਤੁਹਾਡੇ ਕੋਲ ਉੱਤਰਾਖੰਡ ਵੀ ਹੈਗਾ, ਤੁਹਾਡੇ ਕੋਲ ਗੋਆ ਵੀ ਹੈਗਾ, ਤੁਹਾਡੇ ਕੋਲ ਗੁਜਰਾਤ ਵੀ ਹੈਗਾ, ਤੁਹਾਡੇ ਕੋਲ ਯੂਪੀ ਵੀ ਹੈਗਾ, ਸਾਰੀ ਜਗ੍ਹਾ ਤੁਸੀਂ ਫਿਰਦੇ ਹੋ। ਦਿੱਲੀ ਵਾਸਤੇ ਤਾਂ ਸਮਾਂ ਨਹੀਂ, ਤਾਂ ਹੀ ਇਹ ਹਾਲਾਤ ਦਿੱਲੀ ਵਾਲਿਆਂ ਦੇ ਹੋ ਰਹੇ ਨੇ। ਤੇ ਮੇਰਾ ਅਖੀਰ 'ਚ ਉਹਨਾਂ ਨੂੰ ਆਹੀ ਸਵਾਲ, ਵੱਡੀ ਜਿਹੜੇ ਤੁਸੀਂ ਵਾਅਦੇ ਕਰਦੇ ਹੋ, ਬਸ ਇੰਨਾ ਹੀ ਦੱਸ ਦਿਓ ਕਿ ਦਿੱਲੀ 'ਚ ਕੋਈ ਗਰੀਬ ਨਹੀਂ ਹੈਗਾ, ਕੋਈ ਔਰਤ ਨਹੀਂ ਹੈਗੀ, ਕਿ ਉਹਨਾਂ ਦੇ ਖਾਤੇ ਵਿੱਚ 1000 ਰੁਪਏ ਤੁਸੀਂ ਪਾਤੇ, ਕਿ ਉਹਨਾਂ ਦੇ 300 ਯੂਨਿਟ ਬਿਜਲੀ ਮਾਫ ਕਰਾਤੇ। ਜਿਹੜੇ ਵਾਅਦੇ ਲਾਰੇ ਤੁਸੀਂ ਦਿੱਲੀ ਵਿੱਚ ਲਾ ਰਹੇ ਹੋ, ਪੰਜਾਬ ਵਿੱਚ ਲਾ ਰਹੇ ਹੋ, ਉਹ ਦਿੱਲੀ ਵਿੱਚ ਤਾਂ ਲਾਗੂ ਕਰਕੇ ਦਿਖਾ ਦਿਓ ਜਿੱਥੇ 10 ਸਾਲਾਂ ਤੋਂ ਤੁਹਾਡੀ ਸਰਕਾਰ ਹੈ। ਤੇ ਇਹ ਜ਼ਰੂਰ ਕਰਨਾ ਕਿ ਜਿਹੜਾ ਹਲਫਨਾਮਾ ਤੁਸੀਂ ਸੁਪਰੀਮ ਕੋਰਟ 'ਚ ਦਿੱਤਾ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਵਿੱਚ ਜਾਣਾ ਚਾਹੀਦਾ ਹੈਗਾ, ਉਹ ਹਲਫਨਾਮਾ ਵੀ ਜ਼ਰੂਰ ਵਾਪਸ ਕਰਾ ਦਿਓ। ਤੇ ਹਾਈ ਕੋਰਟ ਵਿੱਚ ਜਿਹੜਾ ਤੁਸੀਂ ਕਿਹਾ ਕਿ ਸਾਰੇ ਪੰਜਾਬ ਦੇ ਥਰਮਲ ਬੰਦ ਕਰਾ ਦਿਓ ਕਿਉਂਕਿ ਦਿੱਲੀ ਦੀ ਹਵਾ ਖਰਾਬ ਹੋ ਰਹੀ ਹੈ, ਉਹਦਾ ਵੀ ਦੱਸ ਦਿਓ, ਕਿਉਂਕਿ ਸਾਫ਼ ਸੁਥਰੀ ਹਵਾ ਲੈਣ ਵਾਸਤੇ ਤੁਸੀਂ ਭੱਜੇ ਪੰਜਾਬ ਆਉਂਦੇ ਹੋ ਕਿਉਂਕਿ ਦਿੱਲੀ 'ਚ ਤੁਹਾਨੂੰ ਖੰਘ ਹੁੰਦੀ ਹੈ। ਜਿਹੜਾ ਬੰਦਾ 10 ਸਾਲ ਦਿੱਲੀ ਦੀ ਹਵਾ ਨਹੀਂ ਠੀਕ ਕਰਾ ਸਕਿਆ, ਆਪਣੀ ਖੰਘ ਦਾ ਇਲਾਜ ਕਰਨ ਵਾਸਤੇ ਤਾਂ ਬੰਗਲੌਰ ਜਾਂਦਾ ਹੈ, ਫਿਰ ਉਹ ਕਿਹੜੇ ਮੁਹੱਲਾ ਕਲੀਨਿਕ ਤੇ ਹੈਲਥ ਮਾਡਲ ਦੀ ਤੁਸੀਂ ਗੱਲਾਂ ਕਰਦੇ ਹੋ? ਜੇ ਇਹਦਾ ਤੁਹਾਡਾ ਹੈਲਥ ਮਾਡਲ ਵਧੀਆ ਹੁੰਦਾ ਤੇ ਖੰਘ ਦਾ ਇਲਾਜ ਕਰਾਉਣ ਵਾਸਤੇ ਤੁਹਾਨੂੰ ਬੰਗਲੌਰ ਨਹੀਂ ਭੱਜਣਾ ਹੁੰਦਾ, ਸਾਫ਼ ਸੁਥਰੀ ਹਵਾ 'ਚ ਸਾਹ ਲੈਣ ਵਾਸਤੇ ਪੰਜਾਬ ਦੇ ਗੋਆ ਦੇ ਗੇੜੇ ਨਹੀਂ ਲਾਣੇ ਪੈਂਦੇ। ਸੋ ਇਹੋ ਜਿਹੇ ਫਸਲੀ ਬਟੇਰਿਆਂ ਤੋਂ ਆਪਾਂ ਬਚੀਏ, ਜਿਹੜਾ ਝੂਠ ਮਾਰਦੇ ਨੇ ਦੂਜੇ ਸੂਬਿਆਂ 'ਚ ਤੇ ਕੰਮ ਆਪਣੇ ਸੂਬੇ ਵਿੱਚ ਕਰਨ ਦੇ ਬਜਾਏ ਉੱਥੋਂ ਭੱਜ ਦੂਜੇ ਸੂਬਿਆਂ 'ਚ ਭੱਜਦੇ ਨੇ। ਜਿੱਥੇ ਪੂਰੇ ਪੰਜਾਬ ਅਤੇ ਦੇਸ਼ ਭਰ 'ਚ ਬੈਂਕਿੰਗ ਸੋਧ ਬਿੱਲ ਦੇ ਵਿਰੋਧ 'ਚ ਬੀਤੇ ਦਿਨਾਂ ਤੋਂ ਹੜਤਾਲ ਕੀਤੀ ਜਾ ਰਹੀ ਹੈ, ਉੱਥੇ ਚੰਡੀਗੜ੍ਹ 'ਚ ਵੀ ਬੈਂਕ ਕਰਮੀਆਂ ਨੇ ਹੜਤਾਲ ਕੀਤੀ, ਜਿਸ ਦੇ ਦੂਜੇ ਦਿਨ ਵੀ ਮੁਲਾਜ਼ਮ ਹੜਤਾਲ ਤੇ ਰਹੇ ਤੇ ਆਪਣੀਆਂ ਮੰਗਾਂ ਲਈ ਅੜੇ ਰਹੇ। ਦਰਅਸਲ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਸੈਕਟਰ 17 ਚੰਡੀਗੜ੍ਹ ਦੇ ਸਾਹਮਣੇ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾ ਮੈਂਬਰਾਂ ਸਮੇਤ 700 ਤੋਂ ਜ਼ਿਆਦਾ ਬੈਂਕ ਕਰਮੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰ ਸਰਕਾਰ ਖਿਲਾਫ ਗੁੱਸਾ ਜ਼ਾਹਿਰ ਕੀਤਾ। ये बहुत दुख है कि जो चीज़ें बहुत पहले मान ली जानी चाहिए सरकार उन पे इतना समय लगा लेती है, और अगर इसमें बड़े से बड़ा कदम उठाना पड़े, हमें शहादत भी देनी पड़े, तो राष्ट्र हित में हम लोग बड़े से बड़ा कदम उठाने के लिए भी तैयार हैं। यही है, अगर बैंकों में प्राइवेटाइजेशन हो जाता है तो गरीब तबका ख़त्म ही हो जाएगा। हमने साहूकारों के चंगुल से बचाने के लिए उनको बैंकिंग इंडस्ट्री से जोड़ा था। छोटे छोटे गांव में बैंकों की शाखाएं खोली थी, सिर्फ सरकारी बैंकों की। प्राइवेट बैंकों की शाखाएं सिर्फ आपको अर्बन स्टेट्स में, अर्बन एरियाज़ में मिलेगी, रूरल में कोई प्राइवेट बैंक सेवाएं नहीं दे रहा। और अगर हमारी देश की इतनी जनसंख्या जो गरीब है, बिलो पॉवर्टी लाइन है या मिडिल क्लास जो लोग हैं, अगर उनको बैंकिंग इंडस्ट्री से वंचित कर दिया जाएगा तो ये देश कभी प्रगति नहीं कर सकता। ये हमारी जो है अपनी इकोनॉमी के लिए बहुत बड़ा लॉस होगा। तो अपने देश को बचाने के लिए हमें अपने बैंकों को बचाना ही पड़ेगा। ਉੱਥੇ ਹੀ ਇਸ ਦੌਰਾਨ ਜਦੋਂ ਸ਼ਹਿਰ ਵਾਸੀ ਬੈਂਕ ਦੇ ਕੰਮਾਂ ਲਈ ਆਏ ਤਾਂ ਉਹ ਨਿਰਾਸ਼ ਹੁੰਦੇ ਨਜ਼ਰ ਆਏ, ਕਿਉਂਕਿ ਬੈਂਕ ਕਰਮੀਆਂ ਦੀ ਹੜਤਾਲ ਦੇ ਚੱਲਦਿਆਂ ਉਹਨਾਂ ਦੇ ਰੁਕੇ ਕੰਮਾਂ 'ਚ
ਦਿੱਕਤਾਂ ਆ ਰਹੀਆਂ ਹਨ। ਪਰੇਸ਼ਾਨ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਕਿ ਛੇਤੀ ਹੀ ਉਹਨਾਂ ਨੂੰ ਪੂਰਾ करे, क्योंकि ਅੱਜ ਦੇ ਸਮੇਂ 'ਚ हर किसी का खाता खुलता है। मुश्किल तो है ही है, पैसा की ज़रूरत था, पैसा नहीं मिला तो काम नहीं होगा। करना पड़ रहा है, इतनी दूर से आए हैं तेल खर्च के, तो फिर माल के भी कहें कि क्या काम करके आए यहाँ पर। ਦੱਸ ਦਿੰਦੇ ਹਾਂ ਕਿ ਬੈਂਕਾਂ ਦੇ ਨਿੱਜੀਕਰਨ ਦੇ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕਈ ਬੈਂਕ ਮੌਜੂਦ ਹਨ। ਜਿੱਥੇ ਇੱਕ ਪਾਸੇ ਮੁੜ ਕਰੋਨਾ ਦੇ ਵਾਧੇ ਕੇਸਾਂ ਦੀ ਗੱਲ ਸਾਹਮਣੇ ਆ ਰਹੀ ਹੈ, ਉੱਥੇ ਹੀ ਇਹ ਲੋਕ ਵੀ ਪਰੇਸ਼ਾਨ ਹੋ ਗਏ ਹਨ। ਮਹਾਮਾਰੀ ਦੀ ਮਿਆਦ ਦੇ ਦੌਰਾਨ ਇਹ ਸਾਰਵਜਨਿਕ ਖੇਤਰ ਦੇ ਬੈਂਕ ਸੀ ਜਿਨ੍ਹਾਂ ਨੇ ਦਿਨ ਰਾਤ ਗ੍ਰਾਹਕਾਂ ਨੂੰ ਸੇਵਾ ਦਿੱਤੀ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ऑटो ड्राइवर, मैं होटल आर बिल्ला से सवारी लेकर रात में गया 9 साढ़े 9 के करीब में। वहाँ ठेके के पास में एक ऑटो खड़ा था, उसमें 2 हट्टे कट्टे 2 बंदे बैठे थे सर। उसके बाद में वो हमारा ऑटो थोड़ा सा टच हुआ उनके ऑटो में, फिर वो बंदे उतर के आए, हमको मतलब में 2-4 चपेड़े मारे। फिर उसके बाद में वो दूसरा डंडा लेने गया, डंडा देख के मैं उसका, इधर आदमी खड़े थे, आदमी के साइड में मैं भगा। फिर उसके बाद में मेरी चाबी गाड़ी में लगी रह गई और वो मेरा ऑटो दौड़ा ले गए, मेरा ऑटो लेकर भाग गए। श्रीमान जी, आप लोगों से मेरा गठबंधन निवेदन है चंडीगढ़ पुलिस से कि मेरा ऑटो मुझे दिया जाए। मैं एक बहुत गरीब बंदा हूँ। फिर उसके बाद में मैं अपने मोटर मालिक को, अनिल जी को फोन किया। उसके बाद में पीसीआर को फोन किया। फिर आई, हमारी पूछताछ किए। कोई पूछताछ करने के बाद में हमें इतना घबराहट हो रही है कि हम अपना कुछ बोल नहीं पाते हैं। मुझे पहली बार ऐसा घटना हुआ हमारे साथ। आज 3-4 साल के बीच में ऐसा घटना कभी मेरे साथ हुआ नहीं था। और वो मेरा ऑटो ले गए। और चंडीगढ़ पुलिस से मेरा गठबंधन निवेदन है कि वो मेरा ऑटो दीजिए, ढूंढ के कहीं से ना कहीं से पता लगा के। श्रीमान जी, मुझे ऑटो चाहिए। मैं बहुत गरीब बंदा हूँ, मैं किराए पे ऑटो चला रहा हूँ। आप चंडीगढ़ पुलिस का बहुत बहुत धन्यवाद, अगर जो मेरा ऑटो मिल गया सर। देहरादून से इधर चला और जो मैं उत्तराखंड में कुछ चीजें देख रहा हूँ, और यहाँ पर भी मैंने कुछ चीजें देखी। जब हमने इंटर किया चंडीगढ़ में, तो यहाँ हमको एक गिरगिट की फोटो नजर आ रही है। गिरगिट जानते हैं ना आप लोग? ये गिरगिट की फोटो नजर आ रही, मुझे अच्छा लग रहा है, क्योंकि मैं भी मुख्यमंत्री रहा हूँ, वो भी मुख्यमंत्री हैं। लेकिन मुझे ये बात इसलिए कहनी पड़ रही है कि मैं देख रहा था उत्तराखंड में इन्होंने बिपिन रावत जी की बड़ी बड़ी तस्वीर लगाई है उसके नीचे। और जब दिल्ली में जब हमारे शर्मा जी ने, जो हमारे अल्मोड़ा के थे इंस्पेक्टर थे, जब उनको पता चल कि वाटला गेट कांड हुआ था, याद रखिए वाटला कांड हुआ था, वाटला हाउस कांड हुआ था, उस समय इन्होंने उस शर्मा जी के ऊपर उंगली उठाई थी। वो के शहादत हुई वहां पर, मोहन चंद शर्मा, आतंकवादियों के द्वारा उनको मार दिया गया। लेकिन उन्होंने कहा कि ये सिविल वर्दी में क्यों आ गया। वो जिस हालत में घर में था, जिस तरह से वाटला हाउस को घेरा गया था आतंकवादियों के द्वारा, उसने अपने कर्तव्य को, वर्दी पहन के जा सकता था, 5 मिनट वर्दी पहनने में लगाता, लेकिन उन्हें 1 मिनट भी बर्दाश्त नहीं किया। उन्होंने उस समय जब वाटला हाउस कांड हुआ था, उस समय शर्मा जी के ऊपर, मोहन चंद शर्मा जी के ऊपर उंगली उठाई थी और उनको आतंकवादी कहा। जब बिपिन सिंह रावत जी जब उन्होंने सर्जिकल स्ट्राइक किया पाकिस्तान में घुस करके, तब इन्होंने प्रमाण मांगे थे उसकी सेना के कि प्रमाण दो कि सर्जिकल स्ट्राइक हुआ है। मैं यहां पर की तस्वीरें देख रहा हूं, जिन्होंने ये कहा कि दिल्ली के कूड़े के ढेरों की तुलना जिन्होंने नंदा देवी से करी, जो उत्तराखंड की आराध्य है, उस नंदा देवी की तुलना जिस गिरगिट ने उन कूड़े के ढेरों की तुलना नंदा देवी से की, इसलिए मैं उसको गिरगिट कह रहा हूं। बिल्कुल सही। वो किस तरह का गिरगिट है, इसलिए मैंने गिरगिट शब्द उसके लिए प्रयोग किया है। मुझे अपने उत्तराखंड वासियों से कहना है कि जो हमारे सैनिकों के, और उत्तराखंड में किसी की हिम्मत हो जाए कि हमारे सेना के सैनिक के खिलाफ कोई कुछ बोल पड़े, हम बिल्कुल भी बर्दाश्त नहीं करेंगे।
ये बात मैं उत्तराखंड वासियों से कहना चाहता हूँ, क्योंकि उत्तराखंड ये सैन्य भूमि है। प्रधानमंत्री जी ने उत्तराखंड को पंचम धाम, सैन्य धाम की संज्ञा दी। उन्होंने कहा और भी एक 5वां धाम है यहाँ पर, वो सैन्य धाम है, जहाँ घर में बच्चा जब पैदा होता है तो माँ सोचती है कि मेरा बच्चा फौज में जाकर देश की सेवा करे। इसलिए मैं बात आपसे कहने आया और इसलिए मैं आप सबसे कहना चाहता हूँ, इस गिरगिट से उत्तराखंड वालों को सावधान रखने की आप सबकी जरूरत है। जो भी यहाँ पर उत्तराखंड के लोग हैं, जो यहाँ के और लोग हैं, जो चंडीगढ़ के लोग हैं, उनसे भी मैं कहना चाहता हूँ कि इस गिरगिट से आप सावधान रहें। ये कभी भी भला नहीं कर सकता। ये हर बार आता है उत्तराखंड में। इस बार उसने ये सौगात दी जैसे यही उत्तराखंड का मुख्यमंत्री हो, जैसे देश का राष्ट्रपति हो गया हो। इस बार साहब महिलाओं के लिए हमने फ्री सर्विस कर दी। इस बार हमने बिजली के गारंटी कार्ड दे दी कि बिजली आपकी फ्री कर दी गई है। 4 चीजें करके महिलाओं को 18 वर्ष से ऊपर की जितनी महिलाएं सबको 1000 रुपए महीने पेंशन दे के केजरीवाल। जैसे भाई इसके जो है इसकी टकसाल घर में लगी हुई हो और ये बांट रहा है जैसे दे दिया हो, जैसे ये शो करता है, ये प्रदर्शित करता है कि वही जैसे उत्तराखंड का मुख्यमंत्री है या देश का प्रधानमंत्री है। ये शो करता है जो काम, उसको हम गिरगिट कहते हैं, जो जैसा रूप बदलता रहता है गिरगिट की तरह। इसलिए मैंने कहा गिरगिट से सावधान रहने की जरूरत है। किलोमीटर स्कीम के तहत सीटीयू वर्कर यूनियन ਵੱਲੋਂ ਪਿਛਲੇ ਕਈ ਦਿਨਾਂ ਤੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਸ਼ੁੱਕਰਵਾਰ ਨੂੰ ਸੀਟੀਯੂ ਵਰਕਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰੀਏਟ ਤੱਕ ਮਾਰਚ ਕੱਢਿਆ ਗਿਆ ਤੇ ਇਹ ਮਾਰਚ ਸੈਕਟਰ 17 ਚੰਡੀਗੜ੍ਹ ਸਥਿਤ ਬੱਸ ਸਟੈਂਡ ਤੋਂ ਲੈ ਕੇ ਸੈਕਟਰੀਏਟ ਤੱਕ ਕੱਢਿਆ ਗਿਆ। ਸੀਟੀਯੂ ਵਰਕਰ ਯੂਨੀਅਨ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਨੂੰ ਪਾਇਆ ਜਾ ਰਿਹਾ ਹੈ ਤੇ ਮੁਜ਼ਾਹਰਾਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਸੀਟੀਯੂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਦਕਿ ਸੀਟੀਯੂ ਕਾਫੀ ਮੁਨਾਫੇ ਦੇ ਵਿੱਚ ਚੱਲਦੀ ਹੈ ਤੇ ਉਸ ਤੋਂ ਬਾਵਜੂਦ ਵੀ ਸੀਟੀਯੂ ਦੀਆਂ ਬੱਸਾਂ ਜੋ ਖਰਾਬ ਹਨ ਉਹਨਾਂ ਦੀ ਥਾਂ ਨਵੀਆਂ ਬੱਸਾਂ ਨਹੀਂ ਮੰਗਾਈਆਂ ਗਈਆਂ ਤੇ ਕਿਲੋਮੀਟਰ ਸਕੀਮ ਦੇ ਤਹਿਤ ਸਿਰਫ ਠੇਕੇਦਾਰਾਂ ਨੂੰ ਹੀ ਫਾਇਦਾ ਪਹੁੰਚ ਰਿਹਾ ਹੈ। ਹਾਂਜੀ, ਜੋ ਸਾਡਾ ਰਾਈਟ ਹੈ, ਫੰਡਾਮੈਂਟਲ ਰਾਈਟ ਹੈ, ਉਹਦੇ ਵਾਸਤੇ ਅਸੀਂ ਆਪਣਾ ਸੰਘਰਸ਼ ਕਰ ਰਹੇ ਹਾਂ ਸੀਟੀਯੂ ਦੇ ਫਲੀਟ ਨੂੰ ਬਚਾਉਣ ਵਾਸਤੇ। ਜਿੱਥੇ ਅਸੀਂ ਸੀਟੀਯੂ ਦੇ ਫਲੀਟ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ, ਪਰੰਤੂ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੀ ਗੱਲ ਤੇ ਬਜਿੱਦ ਹੈ ਕਿ ਆਪਾਂ ਨੇ ਕਿਲੋਮੀਟਰ ਸਕੀਮ ਦੀਆਂ ਗੱਡੀਆਂ ਪਾਉਣੀਆਂ ਹੈ। ਇਹ ਪਬਲਿਕ ਸੈਕਟਰ ਦਾ ਅਦਾਰਾ, ਪਬਲਿਕ ਦੀ ਟਰਾਂਸਪੋਰਟ ਹੈ, ਪਬਲਿਕ ਦੇ ਪੈਸੇ ਦੇ ਨਾਲ ਚੱਲਦੀ ਹੈ। ਜਿੱਥੇ ਸਾਡੇ ਟਰਾਂਸਪੋਰਟ ਦੇ ਅਦਾਰੇ ਨੂੰ ਉਹਦੇ ਨਾਲ ਨੁਕਸਾਨ ਹੋਣਾ, ਉਹਦੇ ਨਾਲ ਜਿਹੜੀ ਪਬਲਿਕ ਹੈ ਚੰਡੀਗੜ੍ਹ ਦੀ, ਜੋ ਸਾਡੀ ਸੀਟੀਯੂ ਦੀ ਬੱਸਾਂ ਦੇ ਵਿੱਚ ਸਫ਼ਰ ਕਰਦੀ ਹੈ, ਜਿੰਨੀ ਰਿਆਇਤਾਂ ਆਪਾਂ ਸਰਕਾਰ ਇਹਨਾਂ ਨੂੰ ਦਿੰਦੀ ਹੈ, ਚਾਹੇ ਸਟੂਡੈਂਟ ਪਾਸ ਨੇ, ਚਾਹੇ ਉਹ ਆਪਣਾ ਸੀਨੀਅਰ ਸਿਟੀਜ਼ਨ ਨੂੰ ਸਹੂਲਤ ਮਿਲਦੀ ਹੈ ਜਾਂ ਹੈਂਡੀਕੈਪ 'ਚ ਮਿਲਦੀ ਹੈ ਜਾਂ ਨੇਤਰਹੀਣਾਂ ਨੂੰ ਮਿਲਦੀ ਹੈ, ਤੇ ਉਹਨਾਂ ਦੀ ਵੀ ਸਹੂਲਤ ਤੋਂ ਉਹਨਾਂ ਨੂੰ ਵਾਂਝੇ ਕਰਨ ਜਾ ਰਹੀ ਹੈ ਸਰਕਾਰ। ਇਹ ਸਾਡੀ ਖਾਲੀ ਸੀਟੀਯੂ ਦੀ ਲੜਾਈ ਨਹੀਂ ਹੈ, ਇਹ ਪੂਰੇ ਚੰਡੀਗੜ੍ਹ ਦੀ ਜਿੰਨੀ ਵੀ ਪਬਲਿਕ ਹੈ, ਜੋ ਵੀ ਸੀਟੀਯੂ ਦੇ ਸਰਵਿਸ ਕਰਦੀ ਹੈ, ਇਹ ਸਾਰਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਹਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੇ ਪ੍ਰਸ਼ਾਸਨ ਆਪਣੀ ਗੱਲ ਦੇ ਉੱਤੇ ਵਜਿੱਦ ਹੈ ਤਾਂ ਚੰਡੀਗੜ੍ਹ ਦੇ ਅੱਜ ਜੋ ਬਹੁਤ ਵੱਡੀ ਰੈਲੀ ਇੱਥੇ ਹੋਣੀ ਹੈ ਲਾਮਿਸਾਲ, ਜਿਹਦੇ 'ਚ ਸਾਡੀ ਮਤਲਬ ਚੰਡੀਗੜ੍ਹ ਦੀ ਜਿੰਨੀ ਵੀ ਫੈਡਰੇਸ਼ਨਾਂ, ਸਾਰੀਆਂ ਦਾ 7 ਫੈਡਰੇਸ਼ਨ ਦਾ ਸਾਨੂੰ ਸਮਰਥਨ ਹਾਸਲ ਹੈ। ਕਿਸਾਨ ਜਥੇਬੰਦੀਆਂ ਨੇ ਇੱਥੇ ਪਹੁੰਚਣਾ ਹੈ ਕਿਉਂਕਿ ਇਹ ਲੋਕਾਂ ਦੀ ਲੜਾਈ ਹੈ। ਲੋਕ ਇਹਦੇ ਵਿੱਚ ਆਪ ਮੁਹਾਰੇ ਜਿਹੜਾ ਕੁੱਦ ਰਹੇ ਨੇ, ਕਿਉਂਕਿ ਇਹ ਜਿਹੜੀ ਸਹੂਲਤ ਹੈ, ਆਮ ਪਬਲਿਕ ਦੀ ਸਹੂਲਤ ਖੋਈ ਜਾਣੀ ਹੈ। ਇਸ ਕਰਕੇ ਸਾਡਾ ਸੰਘਰਸ਼ ਹੈ ਔਰ ਅਸੀਂ ਜਿਹੜਾ ਆਪਣਾ ਰੋਸ ਮਾਰਚ ਹੈ ਉਹ ਕਰਨਾ ਹੀ ਕਰਨਾ। ਚੰਡੀਗੜ੍ਹ ਸਰਕਾਰ ਦੇ ਜਿਹੜੇ ਕੰਨ ਖੋਲ੍ਹਣ ਵਾਸਤੇ ਅਸੀਂ ਜਾਵਾਂਗੇ, ਆਪਣੀ ਗੱਲ ਰੱਖਾਂਗੇ। ਤੁਹਾਨੂੰ ਪਤਾ ਹੀ ਹੈ, ਪ੍ਰੈਸ ਲਗਾਤਾਰ ਸਾਡੇ ਮੁੱਦੇ ਨੂੰ ਆਵਾਜ਼ ਪ੍ਰਿੰਟ ਮੀਡੀਆ ਰਾਹੀਂ ਤੇ ਸੋਸ਼ਲ ਮੀਡੀਆ ਰਾਹੀਂ ਚੱਕ ਰਹੀ, ਆਪਣੇ ਚੈਨਲ ਰਾਹੀਂ ਤੁਸੀਂ ਚੱਕ ਰਹੇ ਹੋ। ਤੁਹਾਡਾ ਧੰਨਵਾਦ ਵੀ ਕਰਦੇ ਹਾਂ ਅਸੀਂ ਇੱਥੇ ਆਉਣ 'ਤੇ। ਸਾਡਾ ਮਸਲਾ ਇੱਕੋ ਹੀ ਹੈ ਜੀ, 41 ਬੱਸਾਂ ਦਾ ਸਾਡੇ ਕੋਲੇ ਜਿਹੜਾ ਬਜਟ ਪਿਆ ਹੈ, ਬਜਟ ਸਾਡੇ ਕੋਲੇ ਮੌਜੂਦ ਹੈ 23 ਕਰੋੜ ਰੁਪਈਆ, ਤੇ ਅਸੀਂ ਲਗਾਤਾਰ 12 ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਹਾਂ। ਧਰਨੇ ਪ੍ਰਦਰਸ਼ਨ ਹੋ ਰਹੇ ਨੇ। ਅੱਜ ਅਸੀਂ ਇੱਥੇ ਰੋਸ ਰੈਲੀ ਕਰਨੀ ਹੈ ਔਰ ਰੋਸ ਰੈਲੀ ਤੋਂ ਬਾਅਦ ਅਸੀਂ ਜਿਹੜਾ ਹੈਗਾ ਯੂਟੀ ਸੈਕਟਰੀਏਟ ਨੂੰ ਮਾਰਚ ਕਰਨਾ ਹੈ। ਸਾਨੂੰ ਇਹਦੀ ਲੋੜ ਕਿਉਂ ਪਈ? ਮੁਨਾਫੇ ਵਿੱਚ ਚੱਲਦੇ ਡਿਪੂ ਨੂੰ ਜਿਹੜੇ ਦੀ ਕਮਾਈ 1 ਮਹੀਨੇ ਦੀ 1 ਕਰੋੜ ਰੁਪਈਆ ਮੁਨਾਫਾ ਹੈ ਜੀ। ਸਾਡੇ ਦੋਨੇ ਅੱਡਿਆਂ ਤੋਂ 1 ਕਰੋੜ ਰੁਪਈਆ ਮੁਨਾਫਾ, 1.25 ਕਰੋੜ ਰੁਪਈਆ 1 ਮਹੀਨੇ ਦਾ ਹੈ। 14 ਕਰੋੜ 40 ਲੱਖ ਰੁਪਈਆ ਅਸੀਂ ਪਰਚੀ ਵਾਲੇ ਗੇਟਾਂ ਤੋਂ ਪੈਦਾ ਕਰਦੇ ਹਾਂ। ਇੱਥੇ ਦੁਕਾਨਾਂ ਨੇ, ਉਹਨਾਂ ਦਾ ਕਿਰਾਇਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਾਨੂੰ ਕਮਾਈ ਹੁੰਦੀ ਹੈ, ਇਸ਼ਤਿਹਾਰ ਤੋਂ ਕਮਾਈ ਹੁੰਦੀ ਹੈ। ਫਿਰ ਜਦ ਸਾਡੇ ਕੋਲੇ ਕਮਾਈ ਹੋ ਰਹੀ ਹੈ, ਸਾਡਾ ਡਿਪੂ ਮੁਨਾਫੇ ਦੇ ਵਿੱਚ ਹੈ, ਤਾਂ ਸਾਨੂੰ ਮੁਨਾਫੇ ਵਿੱਚ ਸਾਡੇ ਚੱਲਦੇ ਡਿਪੂ ਨੂੰ ਵੇਚਣ ਦੀ ਲੋੜ ਕਿਉਂ ਪਈ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੌਂਗ ਰੂਟ ਦੇ ਕਰਕੇ ਜਿਹੜੀਆਂ ਨੈਵਰ ਸਟੇਟਸ ਨੇ, ਇਹਦੇ ਵਿੱਚ ਸਾਡੀ ਪਹਿਚਾਣ ਹੈ। ਸੀਟੀਯੂ ਦੀ ਗੱਡੀ ਦੇ ਨਾਲ ਲੋਕ ਆਪਣਾ ਟਾਈਮ ਲਾਉਂਦੇ ਨੇ ਲੌਂਗ ਰੂਟ ਦੇ ਉੱਤੇ, ਵੀ ਜੇ 12:02 ਤੇ ਗੱਡੀ ਆਉਣੀ ਹੈ ਤਾਂ 1 ਤੇ ਆ ਸਕਦੀ ਹੈ ਜਾਂ 3 ਤੇ ਆ ਸਕਦੀ ਹੈ, ਇਦੋਂ ਅੱਗੇ ਪਿੱਛੇ ਸਾਡੀ ਗੱਡੀ ਹੁੰਦੀ ਨਹੀਂ। ਸਾਡਾ ਸਟਾਫ ਬਹੁਤ ਮਿਹਨਤੀ, ਇਮਾਨਦਾਰ ਤੇ ਮਿਹਨਤਸਾਰ ਹੈ। 12 ਗੱਡੀਆਂ ਤੋਂ ਲੈ ਕੇ 417 ਬੱਸਾਂ ਦੇ ਫਲੀਟ ਤੱਕ ਅਸੀਂ ਸਫ਼ਰ ਤੈਅ ਕੀਤਾ। ਸਾਡੀ ਮਿਹਨਤ,
ਸਾਡੀ ਦਿਆਨਤਦਾਰੀ ਤੇ ਇਮਾਨਦਾਰੀ ਦੇ ਸਿਰ ਤੇ ਕੀਤਾ ਹੈ। ਸਾਡੀ ਮਿਹਨਤ ਦੇ ਸਦਕੇ ਅਸੀਂ ਇਹ ਮੁਕਾਮ ਹਾਸਲ ਕੀਤਾ ਹੈ। ਹੁਣ ਡੈਪੂਟੇਸ਼ਨ ਤੇ ਆਏ ਅਫਸਰ ਦੀ ਮਨਮਰਜ਼ੀਆਂ ਨਾਲ 2016 ਦੀ ਬਣੀ ਪਾਲਿਸੀ ਨੂੰ ਪਲਟ ਕੇ ਸਾਡੇ ਵਿੱਚ ਕਿਲੋਮੀਟਰ ਸਕੀਮ ਪੈਦਾ ਕਰਨੀ ਚਾਹੁੰਦੇ ਨੇ। ਜਿਹੜੀ ਸੀਟੀਯੂ ਦਾ ਕੰਮ ਹੈ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਣ ਦੇਊਗਾ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਸਾਡਾ ਕੱਲਾ ਕੰਮ ਲੜਨ ਤੇ ਮਨ ਵਾਸਤੇ ਤਿਆਰ ਹੈ। ਫਿਲਹਾਲ ਹੁਣ ਵੇਖਣ ਵਾਲੀ ਗੱਲ ਹੋਏਗੀ ਕਿ ਸੀਟੀਯੂ ਵਰਕਰ ਯੂਨੀਅਨ ਦੇ ਇਸ ਰੋਸ ਮੁਜ਼ਾਹਰੇ ਦਾ ਸੰਬੰਧਿਤ ਵਿਭਾਗ ਤੇ ਕੀ ਅਸਰ ਪੈਂਦਾ ਹੈ ਤੇ ਉਹ ਕੀ ਕਦਮ ਚੱਕਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।